ਰੋਜ਼ਾਨਾ ਲੋਕ ਨਾਲ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਦੀ। ਨਾਲ ਹੀ ਨਾਲ ਉਹ ਭਾਰਤ ਦੀ ਸਿਆਸਤ ਦੇ ਨਾਲ ਵੀ ਜੁੜੀ ਹੋਈ ਹੈ। ਪ੍ਰਸਿੱਧ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਹੁਣ ਉਹ ਚੋਣਾਂ ਦੇ ਵਿੱਚ ਰਣਨੀਤੀਕਾਰ ਦੇ ਵਜੋਂ ਕੰਮ ਨਹੀਂ ਕਰਨਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੋਣ ਦੀ ਕਿਹੜੀ ਵੱਡੀ ਗੱਲ ਹੈ। ਪਰ ਤੁਹਾਨੂੰ ਸਾਰਿਆਂ ਨੂੰ ਚੇਤਾ ਹੋਊਗਾ ਕਿ 2017 ਦੇ ਵਿੱਚ ਕੈਪਟਨ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਬਹੁਤ ਵੱਡਾ ਹੱਥ ਸੀ। ਤੇ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜਾ ਉਹਨਾਂ ਨੂੰ ਚੀਫ ਐਡਵਾਈਜ਼ਰ ਜਿਹੜਾ ਲਗਵਾਇਆ ਗਿਆ ਸੀ, ਉਹਨਾਂ ਦੇ ਦਮ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਰਕਾਰ ਬਣਾਉਣ ਦੀ ਜਿਹੜੀ ਕੋਸ਼ਿਸ਼ਾਂ ਜਾਰੀ ਸੀ। ਹੁਣ ਇੱਥੇ ਵੱਡੇ ਸਵਾਲ ਇਹ ਖੜੇ ਹੋ ਗਏ ਨੇ, ਕੈਪਟਨ ਅਮਰਿੰਦਰ ਸਿੰਘ ਦੇ ਲਈ ਮੁਸ਼ਕਲ ਖੜੀ ਹੋ ਗਈ ਹੈ ਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ ਮੈਂ ਹੁਣ ਚੋਣ ਰਣਨੀਤੀਕਾਰ ਦੇ ਵਜੋਂ ਕੰਮ ਨਹੀਂ ਕਰਾਂਗਾ, ਕਿ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਉਹ ਸਾਥ ਛੱਡ ਦੇਣਗੇ। ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ 2022 ਚੋਣਾਂ ਦੇ ਲਈ ਜਿਹੜਾ ਮੈਂ ਤੁਹਾਡਾ ਸਾਥ ਦੇਵਾਂਗਾ, ਕਿ ਉਹ ਛੱਡ ਦੇਣਗੇ। ਕੀ ਪਲਾਨ ਹੈ ਪ੍ਰਸ਼ਾਂਤ ਕਿਸ਼ੋਰ ਦਾ ਅਗਲਾ, ਉਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਖਹਿੜਾ ਛਡਵਾਉਣ ਦੇ ਲਈ ਜਾਂ ਫਿਰ ਪੱਕੇ ਤੌਰ ਤੇ ਐਕਟਿਵ ਪੋਲਿਟਿਕਸ ਦੇ ਵਿੱਚ ਆਉਣ ਦੇ ਲਈ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਤੋਂ ਖਹਿੜਾ ਛਡਵਾਉਣ ਲਈ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਹੈਗੇ ਆ ਨਵਜੋਤ ਸਿੰਘ ਸਿੱਧੂ ਦੇ ਬਹੁਤ ਕਰੀਬੀ ਦੱਸੇ ਜਾਂਦੇ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਏ ਸੀ ਤਾਂ ਕਾਂਗਰਸ ਦੇ ਵਿੱਚ ਲਿਆਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੀ ਸਨ ਨਵਜੋਤ ਸਿੰਘ ਸਿੱਧੂ ਨੂੰ। ਤਾਂ ਇਸ ਲਈ ਇਹ ਵੀ ਇੱਕ ਵਾਰੀ ਵਿਚਾਰਨਾ ਜ਼ਰੂਰੀ ਹੈ ਕਿ ਕਿਤੇ ਨਵਜੋਤ ਸਿੰਘ ਸਿੱਧੂ ਤੇ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਖਟਾਸ ਹੈ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਤਿਆਰੀ ਵੱਡੇ ਪੱਧਰ ਤੇ ਹੈ, ਤਾਂ ਇੱਕ ਦੂਜੇ ਨੂੰ ਮਾਤ ਦੇਣ ਦੇ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਯਾਰੀ ਪਕਾਉਣ ਦੇ ਲਈ ਕੋਈ ਅਜਿਹਾ ਸਟੈਂਡ ਜਿਹੜਾ ਉਹਨਾਂ ਦੇ ਵੱਲੋਂ ਲੈ ਲਿਆ ਹੋਵੇ। ਤਾਂ ਇਸ ਪੂਰੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਆਖਿਰ ਗੱਲ ਕੀ ਹੈ, ਕਿ ਨਵਜੋਤ ਸਿੰਘ ਸਿੱਧੂ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਲਈ ਦੋਨਾਂ ਦੇ ਵਿੱਚੋਂ ਇੱਕ ਲਈ ਕੰਮ ਕਰਨਗੇ ਜਾਂ ਫਿਰ ਕਿਸੇ ਦੇ ਲਈ ਕੰਮ ਨਹੀਂ ਕਰਨਗੇ, ਜਾਂ ਫਿਰ ਖੁਦ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਨੇ ਪ੍ਰਸ਼ਾਂਤ ਕਿਸ਼ੋਰ, ਜਾਂ ਫਿਰ ਜਿਸ ਤਰੀਕੇ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਜੁਮਲੇਬਾਜ਼ੀ ਕਰਦੇ ਨੇ, ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਜੁਮਲੇਬਾਜ਼ੀ ਕਰਵਾਈ ਹੈ ਤੇ ਹੁਣ ਪੰਜਾਬ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਸਥਿਤੀ ਡਾਮਾਡੋਲ ਸੀ। ਪਿੰਡਾਂ ਦੇ ਲੋਕਾਂ ਦੇ ਵਿੱਚ ਆਮ ਤੌਰ ਤੇ ਗੱਲਾਂ ਹੁੰਦੀਆਂ ਸੀ ਕਿ ਪ੍ਰਸ਼ਾਂਤ ਕਿਸ਼ੋਰ ਜੇਕਰ ਲੋਕਾਂ ਦੇ ਵਿਚਕਾਰ ਆ ਜੇ ਤਾਂ ਅਸੀਂ ਉਹਨੂੰ ਦੱਸੀਏ ਪਤਾ, ਤਾਂ ਪਿੰਡਾਂ ਦੇ ਲੋਕ ਅਜਿਹੇ ਜਿਹੜੇ ਤੰਜ ਕੱਸਦੇ ਹੋਏ ਸੁਣਾਈ ਅਕਸਰ ਦਿੰਦੇ ਸੀ ਪ੍ਰਸ਼ਾਂਤ ਕਿਸ਼ੋਰ ਦੇ ਮਾਮਲੇ ਤੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਰੋਜ਼ਾਨਾ ਲੋਕਨਾਟ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ, ਇੱਕ ਪਾਸੇ ਵੱਡੇ ਪੱਧਰ ਤੇ ਮਮਤਾ ਬੈਨਰਜੀ ਨੂੰ ਜਿੱਤ ਦਰਜ ਕਰਾਉਣੀ, ਇੱਕ ਹੋਰ ਸੂਬੇ ਦੇ ਵਿੱਚ ਜਿੱਤ ਦਰਜ ਕਰਾਉਣੀ, ਇੰਨੀ ਵੱਡੀ ਸਫਲਤਾ ਮਿਲਣ ਦੇ ਬਾਵਜੂਦ ਵੀ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਇਸ ਤਰੀਕੇ ਆਪਣੇ ਇਸ ਕੰਮ ਨੂੰ ਟਾਟਾ ਬਾਏ ਬਾਏ ਕਹਿ ਦੇਣਾ, ਕੀ ਲੱਗਦਾ ਹੈ ਕਿ ਕੀ ਕਾਰਨ ਹੋ ਸਕਦਾ ਹੈ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਜਿਹੜਾ ਚੋਣ ਰਣਨੀਤੀਕਾਰ ਦਾ ਜਿਹੜਾ ਕੰਮ ਛੱਡਣ ਦਾ ਐਲਾਨ ਕੀਤਾ ਗਿਆ? ਸੁਖਵਿੰਦਰ ਜੀ, ਜਿਹੜੀ ਭਾਰਤੀ ਰਾਜਨੀਤੀ ਹੈ ਇਸ ਵੇਲੇ, ਜਿਹੜੀ ਮਾਡਰਨ ਜਿਹਨੂੰ ਅਸੀਂ ਪੋਲੀਟੀਕਲ ਪੋਲਿਟਿਕਸ ਕਹਿੰਦੇ ਆ, ਉਹਦੀ ਸਭ ਤੋਂ ਵੱਡੀ ਤਰਾਸਦੀ, ਸਭ ਤੋਂ ਵੱਡੀ ਜਿਹੜੀ ਮਾੜੀ ਗੱਲ ਇਹੀ ਹੈ ਕਿ ਹੁਣ ਜਿਹੜੀਆਂ ਚੋਣਾਂ ਨੇ ਉਹ ਮੁੱਦਿਆਂ ਦੇ ਆਧਾਰ ਤੇ, ਵਿਕਾਸ ਦੇ ਨਾਂ ਤੇ, ਲੋਕਾਂ ਦੇ ਭਲਾਈ ਦੇ ਨਾਂ ਤੇ ਨਹੀਂ, ਸਗੋਂ ਉਹਨਾਂ ਦੇ ਪਿੱਛੇ ਜਿਹੜੀ ਤੁਸੀਂ ਇਸ਼ਾਰਾ ਕੀਤਾ ਸੀਗਾ, ਚਾਹੇ ਉਹ ਜੁਮਲੇਬਾਜ਼ੀ ਹੋਵੇ, ਚਾਹੇ ਉਹਦੇ ਪਿੱਛੇ ਜਿਹੜਾ ਸੀਗਾ ਕੋਈ ਨਵੇਂ ਜਿਹੜੇ ਲੋਕ, ਇੱਕ ਪੂਰੇ ਦੀ ਪੂਰੀ ਟੀਮ ਜਿਹੜੀ ਆਰਗੇਨਾਈਜ਼ ਉਹਨੂੰ ਕਰਦੀ ਹੈ ਸਾਰੀ ਚੀਜ਼ ਨੂੰ, ਉਹਨਾਂ ਰਣਨੀਤੀਆਂ ਘੜਦੀ ਹੈ। ਔਰ ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਆਇਆ, ਜਿਹਨੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਰਕਾਰਾਂ ਨੂੰ ਇਹ ਕਹਿੰਦਾ ਕਿ ਮੈਂ ਬਣਵਾਈਆਂ, ਔਰ ਇਹਦੇ ਵਿੱਚ ਉਹ ਕਹਿੰਦਾ ਕਿ ਮੇਰਾ ਵੱਡਾ ਰੋਲ ਹੈ ਔਰ ਮੈਨੂਪਲੇਟ ਕਰਨ ਦੇ ਵਿੱਚ ਚੀਜ਼ਾਂ ਨੂੰ। ਔਰ ਖਾਸ ਤੌਰ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਪਾਂ ਨੇ ਵੇਖਿਆ ਹੈ ਕਿ ਕੈਪਟਨ ਸਾਹਿਬ ਨੂੰ ਦਮਦਮਾ ਸਾਹਿਬ ਲਿਜਾ ਕੇ ਉੱਥੇ ਗੁਟਕਾ ਸਾਹਿਬ ਹੱਥ 'ਚ ਫੜਾ ਕੇ ਉਹਨਾਂ ਨੂੰ ਸਹੁੰ ਖਵਾਉਣੀ, ਔਰ ਘਰ ਘਰ ਨੌਕਰੀ ਦੇ ਫਾਰਮ ਭਰਨੇ, ਔਰ ਬੁਢਾਪਾ ਪੈਨਸ਼ਨ 2500 ਕਰਨ ਦੇ ਲਾਰੇ ਲਾਉਣੇ, ਇਸੇ ਤਰ੍ਹਾਂ ਕਿਸਾਨੀ ਦਾ ਕਰਜ਼ਾ ਮਾਫ ਕਰਨਾ, ਜਾਂ ਹੋਰ ਜਿਹੜੀ ਇਹ ਸਾਰੀ ਜੁਮਲੇਬਾਜ਼ੀ ਕਰਵਾਈ ਗਈ। ਇਹਦੇ ਪਿੱਛੇ ਪ੍ਰਸ਼ਾਂਤ ਕਿਸ਼ੋਰ ਦੀਆਂ ਜਿਹੜੀਆਂ ਰਣਨੀਤੀਆਂ ਸੀਗੀਆਂ ਉਹ ਸਾਨੂੰ ਕੰਮ ਕਰਦੀਆਂ ਦਿਖਾਈ ਦਿੱਤੀਆਂ, ਔਰ ਉਹਨੂੰ ਲੋਕਾਂ ਨੇ ਹੁੰਗਾਰਾ ਵੀ ਦਿੱਤਾ।
ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜੇ ਕੋਈ ਇਦਾਂ ਦਾ ਜੇ ਕੋਈ ਵੀ ਜਿਹੜਾ ਲੀਡਰ ਹੈ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵਰਗਾ, ਜਿਹਦੇ ਉੱਤੇ ਲੋਕਾਂ ਨੇ 2002 ਤੋਂ 2007 ਦੇ ਵਿੱਚ ਭਰੋਸਾ ਕੀਤਾ ਸੀਗਾ ਔਰ ਦੇਖਿਆ ਸੀਗਾ ਕਿ ਉਹ ਅਕਾਲੀਆਂ ਦੇ ਖਿਲਾਫ ਕਿਵੇਂ ਲੜਦਾ ਸੀਗਾ ਔਰ ਉਹਨਾਂ ਦੇ ਖਿਲਾਫ ਜਿਹੜੇ ਵੱਖ-ਵੱਖ ਕੇਸ ਵੀ ਉਸ ਵੇਲੇ ਖੋਲੇ ਗਏ ਔਰ ਤੁਹਾਨੂੰ ਯਾਦ ਹੋਏਗਾ ਕਿ ਰਵੀ ਸਿੱਧੂ ਵਰਗਿਆਂ ਨੂੰ ਉਹਨਾਂ ਨੇ ਜੇਲ੍ਹਾਂ 'ਚ ਵੀ ਪਾਇਆ। ਸੋ ਉਹ ਇੱਕ ਪੁਰਾਣੀ ਜਿਹੜੀ ਇਤਿਹਾਸ ਸੀਗਾ ਕੈਪਟਨ ਸਾਹਿਬ ਦਾ, ਉਸ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਤੋਂ ਕੈਪਟਨ ਸਾਹਿਬ ਨੂੰ ਜਿਹੜਾ ਸੀਗਾ ਸੈਂਟਰਲਾਈਜ਼ ਇੱਕ ਬੁਨਿਆਦੀ ਤੌਰ ਤੇ ਇੱਕ ਕਾਂਗਰਸ ਦਾ ਚਿਹਰਾ ਬਣਾਇਆ ਗਿਆ ਔਰ ਉਹਨਾਂ ਨੂੰ ਅੱਗੇ ਲਾ ਕੇ ਉਹਨਾਂ ਤੋਂ ਬਹੁਤ ਸਾਰੀਆਂ ਜਿਹੜੇ ਸੀ ਲੋਕਾਂ ਨਾਲ ਵਾਅਦੇ ਕਰਵਾਏ ਗਏ ਔਰ ਅਖੀਰ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਸਰਕਾਰ ਬਣੀ। ਇਸੇ ਤਰ੍ਹਾਂ ਵੱਖ-ਵੱਖ ਸਟੇਟਾਂ ਦੇ ਵਿੱਚ, ਚਾਹੇ ਉਹ ਬਿਹਾਰ ਹੋਵੇ, ਚਾਹੇ ਹੁਣ ਬੰਗਾਲ ਹੋਵੇ, ਇਸੇ ਤਰ੍ਹਾਂ ਚਾਹੇ ਤਾਮਿਲਨਾਡੂ ਹੋਵੇ, ਯਾਨੀ ਕਿ ਕਹਿਣ ਤੋਂ ਮਤਲਬ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਜੀ ਦਾ ਇੱਕੋ ਹੀ ਕੰਮ ਹੈ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਐਨਾਲਿਸਿਸ ਕਰਾਉਣਾ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਔਰ ਉਸ ਜਿਹੜਾ ਵੀ ਟੀਮ ਨਾਲ, ਜਿਹੜੀ ਵੀ ਲੀਡਰਸ਼ਿਪ ਨਾਲ, ਜਿਹੜੀ ਵੀ ਪਾਰਟੀ ਨਾਲ ਉਹਨਾਂ ਦਾ ਸੌਦਾ ਤੈਅ ਹੁੰਦਾ ਹੈ, ਉਹ ਉੱਥੋਂ ਜਿੱਥੋਂ ਪੈਸੇ ਲੈਤੇ ਹੁੰਦੇ ਆ ਉਹਨਾਂ ਨੇ, ਉਹ ਫਿਰ ਉਹਦੇ ਹਿਸਾਬ ਨਾਲ ਜੁਮਲੇਬਾਜ਼ੀ ਉਹਨਾਂ ਤੋਂ ਕਰਵਾਉਂਦੇ ਨੇ, ਲੋਕਾਂ ਦੇ ਵਿੱਚ ਛੁੱਲੀਆਂ ਛੱਡੀਆਂ ਜਾਂਦੀਆਂ ਨੇ, ਲੋਕਾਂ ਨੂੰ ਜਿਹੜੇ ਹੈਗਾ ਦਾਣਾ ਸੁੱਟਿਆ ਜਾਂਦਾ ਹੈ ਔਰ ਇਸ ਕਰਕੇ ਉਹ ਜਾਲ ਦੇ ਵਿੱਚ ਫਸਾਉਣ ਦੀ ਜਿਹੜੀ ਕੋਸ਼ਿਸ਼ ਹੈ, ਉਹਦੀ ਸਾਰੀ ਜਿਹੜੀ ਟ੍ਰੇਨਿੰਗ ਹੈ ਉਹ ਸਾਰੀ ਪ੍ਰਸ਼ਾਂਤ ਕਿਸ਼ੋਰ ਜੀ ਹੁਣ ਤੱਕ ਲੈਂਦੇ ਰਹੇ ਨੇ ਔਰ ਉਸ ਟ੍ਰੇਨਿੰਗ ਦੇ ਰਾਹੀਂ ਉਹ ਲੋਕਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਸੀਗਾ ਵੱਖ-ਵੱਖ ਪਾਰਟੀਆਂ ਦੇ ਰਾਹੀਂ ਉਹ ਆਪਣੇ ਰਾਜ ਜਿਹੜਾ ਹੈਗਾ ਸਥਾਪਿਤ ਕਰਵਾਉਂਦੇ ਰਹੇ ਨੇ। ਔਰ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਬੰਗਾਲ ਦੇ ਵਿੱਚ ਜਾਂ ਹੋਰ ਬਾਕੀ ਥਾਵਾਂ ਦੇ ਉੱਤੇ ਉਹ ਲਗਾਤਾਰ ਇਸ ਤਰ੍ਹਾਂ ਦਾ ਕੰਮ ਕਰਾ ਰਹੇ ਨੇ। ਹੁਣ ਜਦੋਂ ਏਦਾਂ ਦੀ ਜਿਹੜੀ ਪੋਲਿਟਿਕਸ ਹੁੰਦੀ ਹੈ ਜਾਂ ਏਦਾਂ ਦੀਆਂ ਜਿਹੜੀਆਂ ਰਣਨੀਤੀਆਂ ਹੁੰਦੀਆਂ ਨੇ, ਸੁਖਵਿੰਦਰ ਜੀ, ਦੀ ਸਮਝਣ ਵਾਲੀ ਗੱਲ ਹੈ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਸੋ ਇੱਕ ਵਾਰੀ ਤਾਂ ਉਹ ਚੜਾ ਦਿੰਦੇ ਨੇ, ਇੱਕ ਵਾਰੀ ਤਾਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਛੁੱਲੀਆਂ ਛੱਡੀਆਂ ਜਾਂਦੀਆਂ ਨੇ, ਜੁਮਲੇਬਾਜ਼ੀ ਹੋ ਜਾਂਦੀ ਹੈ, ਪਰ ਜਦੋਂ ਅਗਲੀਆਂ ਚੋਣਾਂ ਹੁੰਦੀਆਂ ਨੇ ਤਾਂ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਉਹ ਬਿਲਕੁਲ ਮਾਤ ਖਾ ਜਾਂਦੇ ਨੇ। ਲੋਕ ਉਹਨਾਂ ਨੂੰ ਲੱਭਦੇ ਨੇ ਕਿ ਭਾਈ ਕਿੱਥੇ ਆ ਪ੍ਰਸ਼ਾਂਤ ਕਿਸ਼ੋਰ, ਕਿੱਥੇ ਆ ਉਹ ਜਿਹੜਾ ਹੈ ਜਿਹਨੇ ਇਹ ਵਾਅਦੇ ਕਰਵਾਏ ਸੀਗੇ। ਲੋਕ ਕਹਿੰਦੇ ਨੇ ਵੀ ਕੈਪਟਨ ਸਾਹਿਬ ਨਾਲੋਂ ਤਾਂ ਸਗੋਂ ਉਹਨੂੰ ਜ਼ਿਆਦਾ ਜਿਹੜਾ ਹੈਗਾ ਲੱਭਦੇ ਫਿਰਦੇ ਆ ਲੋਕ ਅੱਜ। ਸੋ ਇਸ ਕਰਕੇ ਲੱਗਦਾ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ, ਵੈਸੇ ਤਾਂ ਕੋਈ ਵੱਡਾ ਕਾਰਨ ਇਹ ਵੀ ਹੈ ਕਿਉਂਕਿ ਮੈਂ ਇੱਕ ਇੰਟਰਵਿਊ ਵੀ ਸੁਣੀ ਸੀ ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਜਿਹੜਾ ਐਕਟਿਵ ਪੋਲਿਟਿਕਸ ਦੇ ਵਿੱਚ ਆ ਸਕਦਾ। ਕਿਤੇ ਨਾ ਕਿਤੇ ਮਨ ਦੇ ਵਿੱਚ ਆਇਆ ਹੋਣਾ ਉਹਨਾਂ ਦੇ ਵੀ ਭਾਈ ਮੈਂ ਲੋਕਾਂ ਨੂੰ ਸੱਤਾ ਦੇ ਵਿੱਚ ਲਿਆਈ ਜਾਂਦਾ, ਕਿਉਂ ਨਾ ਮੈਂ ਆਪਦੇ ਲਈ ਕੰਮ ਕਰਾਂ। ਕੀ ਲੱਗਦਾ ਕਿ ਅਜਿਹਾ ਕੁਝ ਮਨ ਦੇ ਵਿੱਚ ਆ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਵਾਸਤੇ ਹੁਣ ਕੰਮ ਨਹੀਂ ਕਰਨਗੇ? ਹੋ ਸਕਦਾ ਇਸ ਤਰ੍ਹਾਂ ਵੀ ਹੋ ਸਕਦਾ ਕਿਉਂਕਿ ਵਾਅਦਾ ਤਾਂ ਉਹਨਾਂ ਨੇ ਕੀਤਾ ਹੋਇਆ ਸੀ, ਚੀਫ ਐਡਵਾਈਜ਼ਰ ਦੇ ਵਜੋਂ ਕੰਮਕਾਜ ਤਾਂ ਜ਼ਰੂਰ ਕਰ ਰਹੇ ਨੇ। ਕੀ ਲੱਗਦਾ ਤੁਹਾਨੂੰ? ਸੁਖਵਿੰਦਰ ਜੀ, ਦੇਖੋ, ਮੰਨ ਲਓ 1% ਜੇ ਉਹ ਕੰਮ ਕਰਦੇ ਵੀ ਹੈ, ਮੈਂ ਨਹੀਂ ਕਹਿੰਦਾ ਵੀ ਉਹ ਸ਼ਾਇਦ ਜਿਵੇਂ ਅੱਜ ਨਿਊਜ਼ ਆਈ ਹੈ ਕਿ ਉਹ ਕੰਮ ਛੱਡ ਰਹੇ ਨੇ ਆਪਣਾ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਲਗਾਤਾਰ ਜਿਹੜੀ ਹੈਗੀ ਹੈ ਇਹ ਮੇਰਾ ਬਹੁਤਾ ਜਿਹੜਾ ਹੈਗਾ ਇਹ ਮਤਲਬ ਜਿਹੜੀ ਸੌਦੇਬਾਜ਼ੀ ਹੈ ਇਹ ਨਹੀਂ ਚੱਲੇਗੀ, ਮੇਰੀ ਜਿਹੜੀ ਜੁਮਲੇਬਾਜ਼ੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਐਕਸਪੋਜ਼ ਹੋਏਗੀ। ਸੋ ਹੋ ਸਕਦਾ ਕਿ ਉਹ ਛੱਡ ਦੇਣ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਉਹ ਕਰਦੇ ਵੀ ਆ, ਮੰਨ ਲਓ ਆਪਾਂ ਕਹਿੰਦੇ ਆ ਕਿ ਨਹੀਂ ਛੱਡਦੇ, ਤਾਂ ਜਿਹੜਾ ਹੈਗਾ 22 ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਮਤਲਬ ਇਗਨੋਰ ਕਰਨਗੇ, ਉਹਨਾਂ ਨੂੰ ਸਗੋਂ ਜਿਹੜਾ ਹੈਗਾ ਜਿਵੇਂ ਬੀਜੇਪੀ ਦਾ ਹਾਲ ਹੋਇਆ ਪੰਜਾਬ ਦੇ ਵਿੱਚ, ਇਹੀ ਪ੍ਰਸ਼ਾਂਤ ਕਿਸ਼ੋਰ ਦਾ ਹਾਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੋ ਸਕਦਾ ਹੈ। ਸੋ ਇਸ ਕਰਕੇ ਹੋ ਸਕਦਾ ਕਿਵੇਂ ਕਿ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਸਰਵੇ ਕਰਵਾਇਆ ਹੋਵੇ ਔਰ ਉਹਦੇ ਵਿੱਚ ਸਰਵੇ ਦੇ ਵਿੱਚ ਇਹੀ ਆਇਆ ਹੋਵੇ ਕਿ ਤੁਹਾਨੂੰ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੁਹਾਡੀ ਕਾਠ ਦੀ ਹਾਂਡੀ ਜਿਹੜੀ ਹੈਗੀ ਹੈ ਇਹ ਦੁਬਾਰਾ ਨਹੀਂ ਚੜ ਸਕੇਗੀ। ਇਸ ਕਰਕੇ ਉਹਨਾਂ ਨੇ ਹੋ ਸਕਦਾ ਕਿ ਆਪਣੇ ਕੰਮ ਤੋਂ ਤੌਬਾ ਕਰ ਲਈ ਹੋਵੇ ਔਰ ਪਿੱਛੇ ਹਟ ਗਏ ਹੋਣ ਆਪਣੀ ਡਿਊਟੀ ਤੋਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਜੀ ਜਿਹੜੇ ਨੇ ਉਹ ਪੰਜਾਬ 'ਚ ਆ ਕੇ ਨਵੀਆਂ ਰਣਨੀਤੀਆਂ ਘੜਨਗੇ, ਨਵੇਂ ਜਿਹੜੇ ਸੀਗੇ ਏਜੰਡੇ ਲੈ ਕੇ ਆਉਣਗੇ, ਨਵੇਂ ਜੁਮਲੇ ਛੱਡਣਗੇ ਪੰਜਾਬ ਦੇ ਵਿੱਚ। ਔਰ ਪੰਜਾਬ ਦੇ ਲੋਕ ਇਸ ਵੇਲੇ ਜਿਹੜੇ ਨੇ ਸੰਘਰਸ਼ ਦੇ ਵਿੱਚੋਂ ਗੁਜ਼ਰ ਰਹੇ ਨੇ, ਕਿਸਾਨਾਂ ਦੇ ਸੰਘਰਸ਼ ਜਿਹੜਾ ਹੈਗਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ। ਸੋ ਇਸ ਆਲਮ ਦੇ ਵਿੱਚ, ਇਸ ਫਿਜ਼ਾ ਦੇ ਵਿੱਚ, ਇਸ ਸਿਨੈਰੀਓ ਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਜਾਦੂ ਹੈ ਉਹ ਪੰਜਾਬ ਦੇ ਵਿੱਚ ਚੱਲਣਾ ਜਿਹੜਾ ਹੈਗਾ ਬਹੁਤ ਮੁਸ਼ਕਿਲ ਹੈ। ਸੋ ਇਸ ਕਰਕੇ ਉਹ ਹੋ ਸਕਦਾ ਕਿ ਉਹਨਾਂ ਨੂੰ ਇਹ ਪਤਾ ਲੱਗ ਚੁੱਕਿਆ ਹੋਵੇ। ਸੋ ਦੂਸਰੀ ਗੱਲ ਜਿਹੜਾ ਕਿ ਦੂਸਰਾ ਪੁਆਇੰਟ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਕਿ ਉਹ ਨਵੀਂ ਆਪਣੀ ਪਾਰੀ ਖੇਡਣਾ ਚਾਹੁੰਦੇ ਹੋਣ, ਆਪ ਖੁਦ ਜਾ ਕੇ ਪੋਲੀਟੀਸ਼ੀਅਨ ਬਣਨਾ ਚਾਹੁੰਦੇ ਹੋਣ ਔਰ ਪੋਲਿਟਿਕਸ ਦੇ ਵਿੱਚ ਹਿੱਸਾ ਲੈ ਕੇ ਆਪਣੀ ਪਾਰਟੀ ਬਣਾ ਕੇ
ਆਉਣਾ ਚਾਹੁੰਦੇ ਹੋਣ। ਪਹਿਲਾਂ ਵੀ ਨਿਤਿਸ਼ ਕੁਮਾਰ ਦੇ ਨਾਲ ਉਹ ਜਨਤਾ ਦਲ ਦੇ ਵਿੱਚ ਸੀਗੇ। ਹਾਂ, ਪਹਿਲਾਂ ਆਪਣੀ ਉਹਨਾਂ ਦੇ ਪਹਿਲਾਂ ਦੂਸਰੀ ਪਾਰਟੀ ਦੇ ਵਿੱਚ ਉਹ ਜੁਆਇਨ ਕੀਤਾ। ਜੀ ਜੀ ਜੀ, ਕਦੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਨੇੜੇ ਹੋ ਜਾਂਦੇ ਨੇ, ਕਦੇ ਕਿਸੇ ਪਾਰਟੀ ਦੇ, ਮਤਲਬ ਜਿਹੜੀ ਪਾਰਟੀ ਦੀ ਲੱਗਦਾ ਹੈ ਕਿ ਉਸ ਸਟੇਟ ਦੇ ਵਿੱਚ ਸਰਕਾਰ ਬਣ ਸਕਦੀ ਹੈ ਉਸ ਪਾਰਟੀ ਨੂੰ ਚੁਣਦੇ ਆ। ਸੋ ਉਹਦੇ ਪਿੱਛੇ ਲੱਗ ਜਾਂਦੇ ਨੇ। ਉੱਥੋਂ ਫਿਰ ਮੁਨਾਫਾ ਲੱਗ ਰਿਹਾ ਸੀ ਡਾਕਟਰ ਸਾਹਿਬ, ਪਿਛਲੀ ਵਾਰ ਤਾਂ ਲੱਗ ਰਿਹਾ ਸੀ ਵੀ ਆਮ ਆਦਮੀ ਪਾਰਟੀ ਸਰਕਾਰ ਆਊ ਪੰਜਾਬ ਦੇ ਵਿੱਚ, ਪਰ ਫਿਰ ਵੀ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਜਿਹੜਾ ਚੂਜ਼ ਕੀਤਾ ਗਿਆ ਆਪਣੀ ਰਣਨੀਤੀਕਾਰ। ਨਹੀਂ, ਉਹ ਤਾਂ ਆਪਾਂ ਨੂੰ ਜਿਹੜਾ ਉਹ ਤਾਂ ਬਾਹਰ ਨੂੰ ਲੱਗ ਰਿਹਾ ਸੀ ਨਾ। ਜਿਹੜੇ ਐਨਾਲਿਸਿਸ ਕਰਨ ਵਾਲੇ ਹੁੰਦੇ ਆ ਨਾ, ਉਹ ਹੋਰ ਤਰ੍ਹਾਂ ਸੋਚਦੇ ਆ, ਉਹ ਆਮ ਲੋਕਾਂ ਵਾਂਗ ਨਹੀਂ ਸੋਚਦੇ। ਸੋ ਇਸ ਕਰਕੇ ਉਹਨਾਂ ਨੇ ਸੋਚਿਆ ਹੋਏਗਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ, ਜਿਹੜੀ ਨਵੀਂ ਪਾਰਟੀ ਬਣੀ ਹੈ, ਇਹ ਕਿਤੇ ਨਾ ਕਿਤੇ ਗਲਤੀਆਂ ਕਰੇਗੀ ਔਰ ਉਹਨਾਂ ਗਲਤੀਆਂ ਦਾ ਫਾਇਦਾ ਕਾਂਗਰਸ ਨੂੰ ਹੋ ਸਕਦਾ ਹੈ। ਇਸ ਕਰਕੇ ਕਾਂਗਰਸ ਤੋਂ ਉਹਨਾਂ ਨੇ ਕਰੋੜਾਂ ਰੁਪਈਆ ਲੈ ਕੇ ਜਿਹੜਾ ਸੀਗਾ ਉਹ ਐਨਾਲਿਸਿਸ ਕਰਾਏ ਔਰ ਸਾਰੀਆਂ ਜਿਹੜੀਆਂ ਸੀਗਾ ਆਪਣੀਆਂ ਰਣਨੀਤੀਆਂ ਉਹਨਾਂ ਨੇ ਬਣਾਈਆਂ ਔਰ ਅਖੀਰ ਨੂੰ ਕੈਪਟਨ ਸਾਹਿਬ ਨੂੰ ਉਹਨਾਂ ਨੇ ਜਿਤਾਇਆ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੈ ਨਹੀਂ। ਪਰ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਅਗਲੀਆਂ ਚੋਣਾਂ ਹੋਣਗੀਆਂ, ਉਹ ਤੁਸੀਂ ਏਦਾਂ ਦੀ ਰਣਨੀਤੀ ਦੇ ਉੱਤੇ ਜਿਹੜੀਆਂ ਪ੍ਰਸ਼ਾਂਤ ਕਿਸ਼ੋਰ ਹੋਰ ਇੱਥੇ ਕਰਨਾ ਚਾਹਣਗੇ, ਉੱਥੇ ਤੁਸੀਂ ਚੋਣਾਂ ਜਿਹੜੀਆਂ ਨੇ ਉਹ ਲੜ ਨਹੀਂ ਸਕਦੇ। ਇਸ ਕਰਕੇ ਹੁਣ ਅਗਲੀ ਰਣਨੀਤੀ ਪੰਜਾਬ 'ਚ ਘੱਟੋ ਘੱਟ ਨਹੀਂ ਚੱਲੇਗੀ। ਹਾਂ, ਕਿਤੇ ਹੋਰ ਹੋ ਸਕਦਾ ਕਿ ਕਿਸੇ ਹੋਰ ਸਟੇਟਾਂ ਦੇ ਵਿੱਚ, ਨਵੀਂ ਸਟੇਟਾਂ 'ਚ ਜਾਣ, ਉੱਥੇ ਲੋਕਾਂ ਨੂੰ ਏਦਾਂ ਦੇ ਭਰਮਾ ਕੇ ਉਹ ਆਪਣੇ ਜਿਹੜੇ ਹੈਗੇ ਸ਼ਗੂਫੇ ਜਿਹੜੇ ਹੈਗੇ ਵੰਡ ਸਕਦੇ ਆ, ਸੁਪਨੇ ਵੰਡ ਸਕਦੇ ਆ, ਲੋਕਾਂ ਨੂੰ ਸੁਪਨੇ ਨਵੇਂ ਦੇ ਸਕਦੇ ਆ। ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਲੋਕਾਂ ਦੇ ਵਾਅਦੇ ਪੂਰੇ ਨਹੀਂ ਹੋਏ ਪੰਜਾਬ ਦੇ ਵਿੱਚ, ਪੰਜਾਬ ਅੱਜ ਉਸੇ ਤਰ੍ਹਾਂ ਜਿਹੜਾ ਹੈਗਾ ਜਿਵੇਂ 4.5 ਸਾਲ ਪਹਿਲਾਂ ਸੀਗਾ, ਲਗਭਗ ਉਸੇ ਤਰ੍ਹਾਂ ਦਾ ਆਪਣੇ ਆਪ ਨੂੰ ਠੱਗਿਆ ਹੋਇਆ। ਵਿੱਚ ਇੱਕ ਗਿਲਾ ਵੀ ਕੀਤਾ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਕਹਿੰਦੇ ਕਿ ਮੈਨੂੰ ਲੋਕ ਕਹਿੰਦੇ ਸੀਗੇ ਕਿ ਤੁਸੀਂ ਆਹ ਵਾਅਦੇ ਕਰਵਾਏ ਸੀ, ਆਹ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਨਹੀਂ ਕੀਤੇ। ਕਹਿੰਦੇ ਮੈਂ ਰਾਹੁਲ ਗਾਂਧੀ ਨੂੰ ਉਦੋਂ ਹੀ ਮੈਸੇਜ ਭੇਜਿਆ ਵੀ ਆਹ ਦੇਖ ਲਓ ਲੋਕ ਕੀ ਕਹਿੰਦੇ ਆ। ਕਹਿੰਦਾ ਮੇਰਾ ਕੰਮ ਆ ਸਿਰਫ ਲੋਕਾਂ ਨੂੰ ਇਹ ਗੱਲ ਦੱਸਣਾ ਇਹਨਾਂ ਨੂੰ ਵੀ ਵਾਅਦੇ ਆਹ ਕਰ ਲਓ, ਤੁਸੀਂ ਸੱਤਾ ਦੇ ਵਿੱਚ ਆ ਜਾਓਗੇ। ਪਰ ਕਹਿੰਦੇ ਪੂਰੇ ਤਾਂ ਹੁਣ ਇਹਨਾਂ ਨੇ ਕਰਨੇ ਆ। ਕਹਿੰਦੇ ਉਹਦੇ ਵਿੱਚ ਮੇਰਾ ਕੀ ਕਸੂਰ ਹੈ, ਇਸ ਤਰੀਕੇ ਨਾਲ ਫਸ ਵੀ ਜਾਈਦਾ। ਤਾਂ ਜੇਕਰ ਦੂਜੇ ਪਾਸੇ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹ ਵਾਅਦਾ ਕਰ ਚੁੱਕੇ ਨੇ, ਚੀਫ ਐਡਵਾਈਜ਼ਰ ਦੇ ਵਜੋਂ ਉਹਨਾਂ ਨੇ ਕੰਮ ਵੀ ਸ਼ੁਰੂ ਕਰਤਾ। ਪਿਛਲੇ ਦਿਨੇ ਆਪਾਂ ਦੇਖਿਆ ਵੱਖ-ਵੱਖ ਵਿਧਾਇਕਾਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗ ਵੀ ਕੀਤੀ ਗਈ। ਤਾਂ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਇਹ ਵੀ ਇੱਕ ਗੱਲ ਹੋ ਸਕਦੀ ਹੈ, ਜਿਸ ਤਰੀਕੇ ਦੇ ਨਾਲ ਪਹਿਲਾਂ ਇਹ ਖਬਰ ਆਈ ਸੀਗੀ ਕਿ ਹੋ ਸਕਦਾ ਹੈ ਕਿ ਜਿਹੜੇ ਵਿਧਾਇਕ ਨੇ ਜਾਂ ਕੁਝ ਮੰਤਰੀ ਵੀ ਨੇ, ਉਹਨਾਂ ਦੀਆਂ ਟਿਕਟਾਂ ਜਿਹੜੀਆਂ ਕੱਟੀਆਂ ਜਾ ਸਕਦੀਆਂ ਨੇ। 30 ਤੋਂ 31 ਵਿਧਾਇਕ ਜਿਹੜੇ ਦੱਸੇ ਜਾ ਰਹੇ ਸੀਗੇ। ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਚਾਨਕ ਬਿਆਨ ਦੇ ਦਿੱਤਾ ਗਿਆ, ਕਹਿੰਦੇ ਕਿ ਪ੍ਰਸ਼ਾਂਤ ਕਿਸ਼ੋਰ ਨਹੀਂ ਕੁਝ ਨਹੀਂ ਕਰ ਸਕਦੇ ਸੀਟਾਂ ਵੰਡਣ ਦੇ ਮਾਮਲੇ ਵਿੱਚ, ਜੋ ਕੁਝ ਕਰਨਾ ਪਾਰਟੀ ਹਾਈਕਮਾਨ ਨੇ ਕਰਨਾ ਜਾਂ ਮੈਂ ਕਰਨਾ। ਕੀ ਲੱਗਦਾ ਹੈ ਕਿ ਇਸ ਕਰਕੇ ਵੀ ਹੋ ਸਕਦਾ ਹੈ ਕਿ ਜੇਕਰ 1% ਲੱਗਦਾ ਵੀ ਹੈ ਕਿ ਉਹਨਾਂ ਨੇ ਆਪਣੇ ਐਲਾਨ ਤੋਂ ਪਹਿਲਾਂ ਕੈਪਟਨ ਦੇ ਨਾਲ ਵਾਅਦਾ ਕਰ ਲਿਆ ਸੀਗਾ ਵੀ ਉਹ ਆਪਣਾ ਵਾਅਦਾ ਪੂਰਾ ਕਰਨ ਤੋਂ ਬਾਅਦ ਇਹ ਗੱਲ ਛੱਡਣ, ਤਾਂ ਜਾਂ ਫਿਰ ਇਹੀ ਹੈ ਗੱਲ ਕਿ ਉਹ ਬਿਲਕੁਲ ਨਹੀਂ ਹੁਣ ਕੰਮ ਕਰਨਗੇ ਜੇ ਐਲਾਨ ਦੇ ਮੁਤਾਬਕ? ਦੇਖੋ, ਜੋ ਨਵਾਂ ਐਲਾਨ ਆਇਆ ਉਹਦੇ ਤੋਂ ਤਾਂ ਇਹੀ ਲੱਗਦਾ ਕਿ ਉਹ ਹੁਣ ਪੰਜਾਬ 'ਚ ਨਹੀਂ ਕੰਮ ਕਰਨਗੇ। ਪੰਜਾਬ 'ਚ ਕੀ, ਉਹ ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਨੇ ਕਿਹਾ ਜਾਂ ਪਿਛਲੀਆਂ ਜਿਹੜੀਆਂ ਇੰਟਰਵਿਊਜ਼ ਨੇ ਪ੍ਰਸ਼ਾਂਤ ਕਿਸ਼ੋਰ ਦੀਆਂ, ਜਿਹੜੀਆਂ ਗੱਲਬਾਤ ਉਹਨਾਂ ਨੇ ਮੀਡੀਆ ਪਰਸਨਸ ਨਾਲ ਕੀਤੀ ਹੋਈ ਹੈ, ਉੱਥੋਂ ਵੀ ਇਹੀ ਗੱਲ ਲੱਗ ਰਹੀ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੁਪਨਾ ਹੈ। ਇਹ ਜ਼ਰੂਰ ਉਹ ਚਾਹੁੰਦੇ ਨੇ ਕਿ ਮੈਂ ਪੋਲੀਟੀਸ਼ੀਅਨ ਬਣਾ। ਸੋ ਇਸ ਕਰਕੇ ਉਹ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਹੈ ਕਿ ਉਹਦੇ ਵਿੱਚ ਨਵੀਂ ਪਾਰਟੀ ਬਣਾ ਕੇ ਉਹਨਾਂ ਨੇ ਇਹੀ ਕਿਹਾ ਕਿ ਮੈਂ ਹੁਣ ਜਿਹੜੀਆਂ ਪੁਰਾਣੀਆਂ ਪਾਰਟੀਆਂ ਦਾ ਹਿੱਸੇਦਾਰ ਨਹੀਂ ਬਣਾਗਾ, ਉਹਨਾਂ ਦਾ ਮੈਂਬਰ ਨਹੀਂ ਬਣਾਗਾ, ਸਗੋਂ ਮੈਂ ਇੱਕ ਨਵੀਂ ਪਾਰਟੀ ਜਿਹੜੀ ਹੈਗੀ ਹੈ ਬਣਾਉਣੀ ਚਾਹਣਾ ਔਰ ਪੂਰੇ ਹਿੰਦੁਸਤਾਨ ਲੈਵਲ ਦੀ ਪਾਰਟੀ ਹੋਏਗੀ ਔਰ ਉਹਦਾ ਵੱਖਰਾ ਏਜੰਡਾ ਹੋਏਗਾ। ਸੋ ਇਹ ਇਦਾਂ ਦੀ ਜੇ ਉਹਨਾਂ ਦੇ ਮਨ ਦੇ ਵਿੱਚ ਇੱਛਾ ਹੈ ਤਾਂ ਕਿਉਂਕਿ ਇਸ ਕੰਮ ਦੇ ਲਈ ਉਹਨਾਂ ਨੂੰ ਲੋਕਾਂ ਦੀ ਮਦਦ ਦੀ ਲੋੜ ਹੈ ਔਰ ਪੈਸਾ ਵੀ ਚਾਹੀਦਾ ਹੈ ਔਰ ਉਹਦੇ ਲਈ ਸਮਾਂ ਵੀ ਚਾਹੀਦਾ ਹੈ ਔਰ ਉਹਦੇ ਲਈ ਬਹੁਤ ਸਾਰਾ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਹੈ, ਉਹਦੇ ਲਈ ਬਹੁਤ ਸਾਰੇ ਲੋਕ ਚਾਹੀਦੇ ਨੇ। ਸੋ ਜੇ ਉਹਨਾਂ ਦੇ ਮਨ ਦੇ ਵਿੱਚ ਇਹ ਹੈਗੀ ਆ ਗੱਲਬਾਤ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਇਦਾਂ ਦੇ ਕੰਮ ਛੱਡਣੇ ਪੈਣਗੇ ਔਰ ਫੋਕਸ ਜਿਹੜਾ ਹੈਗਾ ਆਪਣੀ ਪਾਰਟੀ ਦੇ ਉੱਤੇ ਕਰਨਾ ਪਏਗਾ। ਔਰ ਇਸ ਕਰਕੇ ਜੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ, ਕਿਉਂਕਿ ਲਗਭਗ ਸਾਲ ਤੋਂ ਵੀ ਘੱਟ ਇਸ ਵੇਲੇ ਸਮਾਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਰਹਿ ਗਿਆ ਹੈ, ਜੇ ਉਹ ਇੱਥੇ એનર્ਜੀ ਵੇਸਟ ਕਰਨਗੇ ਔਰ ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ। ਜੇ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਲੱਗਦਾ ਨੇ ਕਿ ਮੈਂ ਸਟ੍ਰੈਟਜੀ ਬਣਾ ਕੇ ਹੁਣ ਫਿਰ ਦੁਬਾਰਾ ਕੈਪਟਨ ਸਾਹਿਬ ਨੂੰ ਜਿਤਾ ਦੂੰਗਾ, ਇੱਥੋਂ ਲੱਗ ਰਿਹਾ ਹੈ ਕਿ ਉਹਨਾਂ ਦੀ ਇੱਥੇ ਚੱਲਣ ਵਾਲੀ ਨਹੀਂ ਹੈ ਦੁਬਾਰਾ, ਕਿਉਂਕਿ ਹੁਣ ਜਿਹੜਾ ਹੈਗਾ। ਇੱਕ ਗੱਲ ਡਾਕਟਰ ਸਾਹਿਬ ਇਹ ਵੀ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਬਹੁਤ ਜ਼ਿਆਦਾ ਕਰੀਬੀ ਮੰਨੇ ਜਾਂਦੇ ਆ ਕਿ ਪ੍ਰਸ਼ਾਂਤ ਕਿਸ਼ੋਰ, ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਏ ਸੀ ਤਾਂ ਇਹੀ ਲੈ ਕੇ ਆਏ ਸੀ। ਪਰ ਹੁਣ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਆਪਸੀ ਖਟਾਸ ਹੈ,
ਉਸ ਨੂੰ ਦੇਖਦਾ ਵੀ ਇਹ ਫੈਸਲਾ ਹੋ ਸਕਦਾ, ਕਿਉਂਕਿ ਹੋ ਸਕਦਾ ਕਿ ਪ੍ਰਸ਼ਾਂਤ ਕਿਸ਼ੋਰ ਇਹ ਸੋਚਦੇ ਹੋਣ ਕਿ ਮੈਂ ਉਹਨਾਂ ਨੂੰ ਪਤਾ ਹੀ ਹੈ, ਕਿਉਂਕਿ ਕੰਮਕਾਜ ਉਹਨਾਂ ਨੇ ਫੜਿਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ, ਤਾਂ ਉਹਨਾਂ ਨੂੰ ਪਤਾ ਸੀ ਕਿ 2022 ਤੱਕ ਮੈਂ ਇਹ ਕੰਮਕਾਜ ਨਹੀਂ ਛੱਡ ਸਕਦਾ। ਯਾਨੀ 2022 ਤੱਕ ਮੇਰੀ ਚੋਣ ਰਣਨੀਤੀਕਾਰ ਦੇ ਵਜ੍ਹਾ ਤੋਂ ਡਿਊਟੀ ਜਿਹੜੀ ਚੱਲਣੀ ਆ ਉਹ ਚੱਲਣੀ ਆ, ਕਿਉਂਕਿ ਪੰਜਾਬ ਦੇ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਨੇ। ਤਾਂ ਉਹਨਾਂ ਨੇ ਫੜ ਲਿਆ ਇਹ ਕੰਮ। ਤਾਂ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਾਰਨ ਵੀ ਉਹਨਾਂ ਦੇ ਵੱਲੋਂ ਜਿਹੜਾ ਹੈਗਾ 1 ਸਾਲ ਪਹਿਲਾਂ ਹੀ ਜਿਹੜਾ ਐਲਾਨ ਕਰ ਦਿੱਤਾ ਗਿਆ ਹੋਵੇ, ਕਿਉਂਕਿ ਕਿਸੇ ਤਰੀਕੇ ਦੇ ਨਾਲ ਖਹਿੜਾ ਵੀ ਇੱਕ ਛਡਾਉਣਾ ਹੁੰਦਾ ਕਿ ਭਾਈ ਮੈਂ ਤਾਂ ਕੰਮ ਹੀ ਛੱਡਤਾ। ਕੰਮ ਤਾਂ ਚਲੋ ਉਹਨਾਂ ਨੇ ਛੱਡਣਾ ਹੀ ਹੋ ਸਕਦਾ ਪਹਿਲਾਂ ਵੀ ਛੱਡਣਾ ਹੋਵੇ, ਪਰ ਉਹ ਇਹ ਸੋਚ ਰਹੇ ਹੋਣ ਕਿ 2022 ਤੋਂ ਬਾਅਦ ਛੱਡ ਦਿਆਂਗਾ। ਪਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਆਪਸੀ ਖਟਾਸ ਹੈ, ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਯਾਰੀ ਦਾ ਵਾਸਤਾ ਪੈ ਗਿਆ ਹੋਵੇ, ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਤਾਂ ਇਹਨਾਂ ਕਰਕੇ ਕਾਂਗਰਸ ਦੇ ਵਿੱਚ ਆਏ ਸੀ। ਕਿਵੇਂ ਦੇਖਦੇ ਹੋ? ਬਿਲਕੁਲ, ਤੁਸੀਂ ਦੇਖੋਗੇ ਕਿ ਜਦੋਂ 17 ਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਚੱਲ ਰਿਹਾ ਸੀਗਾ ਔਰ ਨਵਜੋਤ ਸਿੰਘ ਸਿੱਧੂ, ਤੁਹਾਨੂੰ ਯਾਦ ਹੋਏਗਾ, ਪ੍ਰਗਟ ਸਿੰਘ ਜਾਂ ਹੋਰ ਜਿਹੜੇ ਇਹਨਾਂ ਦੇ ਸਾਥੀ ਨੇ, ਉਹ ਸਾਰੇ ਵੱਖਰੀ ਜਿਹੜਾ ਹੈਗਾ ਸੀਗਾ ਵੱਖਰਾ ਧੜਾ ਜਿਹੜਾ ਸੀਗਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਉਹਨਾਂ ਨੇ ਬਣਾ ਵੀ ਲਿਆ ਸੀਗਾ ਆਪਣਾ ਵੱਖਰਾ ਜਿਹੜਾ ਸੀਗਾ, ਚਾਹੇ ਉਹ ਆਪਾਂ ਬੈਂਸ ਬ੍ਰਦਰਜ਼ ਹੋਣ ਜਾਂ ਹੋਰ ਜਿਹੜੇ ਨੇ ਇਦਾਂ ਦੇ ਲੋਕਾਂ ਨੇ ਮਿਲ ਕੇ ਇੱਕ ਵੱਖਰੀ ਜਿਹੜੀ ਸੀਗੀ ਧੜਾ ਬਣਾ ਕੇ ਕੰਮਕਾਰ ਸ਼ੁਰੂ ਕਰਤਾ ਸੀਗਾ। ਪਰ ਜਦੋਂ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਉਹਦਾ ਠੇਕਾ ਮਿਲਿਆ, ਕਾਂਗਰਸ ਦਾ ਠੇਕੇਦਾਰੀ ਦਾ ਉਹਨਾਂ ਨੇ ਪੂਰੇ ਠੇਕਾ ਲੈ ਲਿਆ, ਤਾਂ ਉਹਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹਾਰ ਸਕਦੀ ਹੈ ਔਰ 30 35 40 ਜਿਹੜੀਆਂ ਨੇ ਸੀਟਾਂ ਹੀ ਆਉਣ ਵਾਲੀਆਂ ਸੀਗੀਆਂ। ਪਰ ਜਿੱਤਣ ਦੇ ਲਈ ਉਹਨਾਂ ਨੂੰ ਲੱਗਦਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਦਾ ਆਉਣਾ ਔਰ ਪ੍ਰਗਟ ਸਿੰਘ ਵਰਗੇ ਜਿਹੜੇ ਚੰਗੇ ਲੋਕ ਨੇ ਉਹਨਾਂ ਦਾ ਕਾਂਗਰਸ 'ਚ ਸ਼ਾਮਲ ਕਰਾਉਣਾ ਬਹੁਤ ਜ਼ਰੂਰੀ ਹੈ। ਸੋ ਉਹਨਾਂ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਨਵਜੋਤ ਸਿੰਘ ਸਿੱਧੂ ਦੇ ਨੇੜੇ ਕਿਉਂ ਹੋਣ ਕਰਕੇ, ਪ੍ਰਗਟ ਸਿੰਘ ਦੇ ਨੇੜੇ ਹੋਣ ਕਰਕੇ ਉਹਨਾਂ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਔਰ ਬਹੁਤ ਜੋਸ਼ੋ ਖਰੋਸ਼ ਦੇ ਨਾਲ ਉਹ ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਨੇ ਕਾਂਗਰਸ ਦੇ ਵਿੱਚ ਐਂਟਰ ਕਰਾਇਆ। ਹਾਲਾਂਕਿ ਉਸ ਵੇਲੇ ਵੀ ਤੁਹਾਨੂੰ ਯਾਦ ਹੋਏਗਾ ਕਿ ਕੈਪਟਨ ਸਾਹਿਬ ਨੇ ਵਿਰੋਧ ਕੀਤਾ ਸੀਗਾ। ਪਹਿਲਾਂ ਉਹ ਵਿਰੋਧ ਕਰਦੇ ਰਹੇ ਸੀ ਨਵਜੋਤ ਸਿੰਘ ਸਿੱਧੂ ਨੂੰ ਲੈਣ ਤੋਂ। ਉਹਨਾਂ ਨੇ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਮੈਂ ਕਾਂਗਰਸ ਦੇ ਵਿੱਚ ਐਂਟਰ ਨਹੀਂ ਕਰਾਵਾਂਗਾ, ਪਰ ਪ੍ਰਸ਼ਾਂਤ ਕਿਸ਼ੋਰ ਕਰਕੇ ਉਹਨਾਂ ਨੇ ਇਹਨਾਂ ਨੂੰ ਐਂਟਰ ਕਰਾਉਣ ਲਈ ਮਜਬੂਰ ਹੋਣਾ ਪਿਆ ਸੀਗਾ। ਸੋ ਉਹ ਸਾਰੀਆਂ ਜਿਹੜੀਆਂ ਨੇ ਵੀਡੀਓ ਉਹਨਾਂ ਦੀਆਂ ਵਾਇਰਲ ਉਸ ਵੇਲੇ ਚੱਲੀਆਂ ਸੀਗੀਆਂ। ਸੋ ਇਸ ਕਰਕੇ ਜਦੋਂ ਐਂਟਰੀ ਹੋਈ ਤਾਂ ਹੀ ਜਿਹੜੀ ਕਾਂਗਰਸ ਜਿੱਤ ਪਾਈ ਸੀਗੀ। ਸੋ ਅੱਜ ਜੇ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਜਾਂ ਇਦਾਂ ਦੇ ਲੋਕ ਜੇ ਮੰਨਫੀ ਹੋ ਜਾਂਦੇ ਨੇ, ਜਿਵੇਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਲਈ ਜਿਹੜੇ ਕਾਂਗਰਸ ਦੇ ਦਰਵਾਜ਼ੇ ਨੇ ਉਹ ਬੰਦ ਹੋ ਚੁੱਕੇ ਨੇ, ਤਾਂ ਲਾਜ਼ਮੀ ਤੌਰ ਤੇ ਇਹਦਾ ਵੱਡਾ ਘਾਟਾ ਜਿਹੜਾ ਹੈਗਾ ਪੰਜਾਬ ਦੀ ਕਾਂਗਰਸ ਨੂੰ ਪਏਗਾ। ਔਰ 22 ਦੇ ਵਿੱਚ, ਕਿਉਂਕਿ ਇੱਕ ਪਾਸੇ ਕੈਪਟਨ ਸਾਹਿਬ ਚਾਰੇ ਪਾਸਿਓਂ ਘਿਰ ਚੁੱਕੇ ਨੇ ਇਸ ਵੇਲੇ, ਚਾਹੇ ਉਹ ਵਾਅਦਿਆਂ ਦੀ ਗੱਲ ਹੋਵੇ, ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਨੂੰ ਵਾਅਦੇ ਕਰਵਾਏ ਸੀਗੇ, ਜਿਹੜੇ ਲਾਰੇ ਲੱਪੇ ਲਵਾਏ ਸੀਗੇ, ਜਾਂ ਜਿਹੜੀ ਜੁਮਲੇਬਾਜ਼ੀ ਦੀ ਪੋਲਿਟਿਕਸ ਉਹਨਾਂ ਨੇ ਕੀਤੀ ਸੀਗੀ। ਇੱਕ ਪਾਸੇ ਉਸ ਜੁਮਲੇਬਾਜ਼ੀ ਦੀ ਪੋਲਿਟਿਕਸ ਘਿਰੇ ਹੋਏ ਨੇ, ਦੂਜੇ ਪਾਸੇ ਜਿਹੜੀ ਬਰਗਾੜੀ ਕਾਂਡ ਹੋਵੇ ਜਾਂ ਕੋਟਕਪੂਰਾ ਗੋਲੀ ਕਾਂਡ ਦੀ ਜਿਹੜੀ ਰਿਪੋਰਟ ਦਾ ਹਸ਼ਰ ਹੋਇਆ, ਜੋ ਉਹਦੇ ਨਤੀਜੇ ਨਿਕਲੇ ਨੇ, ਉਹਦੇ ਵਿੱਚ ਉਹ ਲਗਾਤਾਰ ਘਿਰਦੇ ਜਾ ਰਹੇ ਨੇ। ਔਰ ਅਗਲਾ ਜਿਹੜਾ ਸਟੈਪ ਹੈ ਕਿ ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਵਰਗੇ ਲੋਕ ਜਿਹੜੇ ਨੇ ਅੰਦਰੋਂ ਕਾਂਗਰਸ ਦੇ ਲਗਾਤਾਰ ਉਹਨਾਂ ਦੇ ਉੱਤੇ ਜਿਹੜੇ ਨੇ ਹਮਲੇ ਤੇ ਹਮਲਾ ਕਰ ਰਹੇ ਨੇ, ਸ਼ਬਦੀ ਜਿਹੜਾ ਹੈਗਾ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਦੀ ਜਿਹੜੀ ਕੋਟਰੀ ਹੈ ਉਹ ਇਸ ਵੇਲੇ ਪੰਜਾਬ ਦੇ ਵਿੱਚ ਉਹਦੀ ਜਿਹੜਾ ਗ੍ਰਾਫ ਹੈ ਉਹ ਲਗਾਤਾਰ ਡਾਊਨ ਜਾ ਰਿਹਾ ਹੈ, ਜਿਹਦੇ ਕਰਕੇ ਮੈਨੂੰ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਇਹੀ ਲੱਗਦਾ ਹੈ ਕਿ ਇਹ ਗ੍ਰਾਫ ਹੁਣ ਇੰਨਾ ਨੀਚੇ ਜਾ ਚੁੱਕਿਆ ਹੈ, ਇਹਨੂੰ ਹੁਣ ਉੱਪਰ ਚੁੱਕਣਾ ਬਹੁਤ ਔਖਾ ਹੈ। ਸੋ ਇਹ ਵੀ ਕਿਤੇ ਨਾ ਕਿਤੇ ਮਨ ਦੇ ਵਿੱਚੋਂ ਹੋਏਗਾ ਕਿ ਜੇ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਵਰਗੇ ਚਿਹਰੇ ਮੰਨਫੀ ਹੋ ਜਾਂਦੇ ਨੇ, ਤਾਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਨੇ ਉਹ ਉਹਨਾਂ ਨੂੰ ਨਹੀਂ ਜਿਤਾ ਸਕਣਗੇ। ਸੋ ਇਹ ਸਾਰਾ ਜਦੋਂ ਸਿਨੈਰੀਓ ਦੇਖਿਆ ਹੋਏਗਾ ਪ੍ਰਸ਼ਾਂਤ ਕਿਸ਼ੋਰ ਨੇ, ਇਹ ਖਬਰਾਂ ਜਦੋਂ ਉਹਨਾਂ ਨੂੰ ਸੁਣੀਆਂ ਹੋਣਗੀਆਂ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੇ ਮਨ ਜਿਹੜਾ ਹੈਗਾ ਬਣਾ ਲਿਆ ਹੋਏਗਾ ਕਿ ਇੱਥੇ ਜਿਹੜਾ ਹੈਗਾ ਮੇਰੀ ਅਗਲੀ ਦਾਲ ਜਿਹੜੀ ਹੈਗੀ ਆ ਗਲਣ ਵਾਲੀ ਨਹੀਂ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਹੋ ਸਕਦਾ ਕਿ ਐਕਟਿਵ ਪੋਲਿਟਿਕਸ ਦੇ ਵਿੱਚ ਇਹ ਆ ਸਕਦੇ ਹੋਣ, ਕੀ ਲੱਗਦਾ ਹੈ ਕਿ ਐਕਟਿਵ ਪੋਲਿਟਿਕਸ ਦੇ ਵਿੱਚ ਆਉਣ ਦੇ ਲਈ ਉਹ ਇੱਕ ਜਿਹੜਾ ਹੈਗਾ ਕਿਸੇ ਪਾਰਟੀ ਵੱਲ ਜਾਣਗੇ, ਕਿਸੇ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਜੁਆਇਨ ਕਰਵਾਉਣਗੇ, ਜਾਂ ਫਿਰ ਆਪਣੀ ਕੋਈ ਨਵੀਂ ਪਾਰਟੀ ਬਣਾ ਸਕਦੇ ਆ? ਜੇਕਰ ਕੋਈ ਆਪਣੀ ਨਵੀਂ ਪਾਰਟੀ ਬਣਾ ਸਕਦੇ ਆ ਤਾਂ ਫਿਰ ਨਵਜੋਤ ਸਿੰਘ ਸਿੱਧੂ ਵਰਗੇ ਵੱਡੇ ਚਿਹਰੇ ਤੇ ਉਹਨਾਂ ਦੇ ਕਰੀਬੀ ਜਿਹੜੇ ਆ ਉਹ ਫਿਰ ਇੱਕ ਦੂਜੇ ਦਾ ਸਾਥ ਦੇਣ ਲਈ ਤਿਆਰ ਹੋਣਗੇ। ਕੀ ਲੱਗਦਾ ਕਿ ਉਸੇ ਪਾਰਟੀ ਦੇ ਇਹ ਸਾਰੇ ਲੋਕ ਹਿੱਸਾ ਬਣ ਸਕਦੇ ਆ? ਸੁਖਵਿੰਦਰ ਜੀ, ਬੇਸ਼ੱਕ ਪ੍ਰਸ਼ਾਂਤ ਕਿਸ਼ੋਰ ਜੀ ਤਾਂ ਚਾਹੁੰਦੇ ਤਾਂ ਹੈਗੇ ਨੇ ਉਹ ਕਿ ਮੈਂ ਆਪਣੀ ਪਾਰਟੀ ਬਣਾਵਾਂ ਔਰ ਮੇਰੀ ਨੈਸ਼ਨਲ ਲੈਵਲ ਦੀ ਪਾਰਟੀ ਹੋਵੇ, ਔਰ ਜਿਵੇਂ ਤੁਸੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਾਂ ਹੋਰ ਜਿਹੜੇ ਉਹਨਾਂ ਦੀ ਨਿਗਾਹ ਦੇ ਵਿੱਚ ਚੰਗੇ ਬੰਦੇ ਹੋ ਸਕਦੇ ਆ ਕਿ ਉਹਨਾਂ ਦੇ ਵਿੱਚ ਸ਼ਾਮਿਲ ਹੋ ਜਾਣ। ਪਰ ਕਿਉਂਕਿ ਮੈਂ ਪੋਲੀਟੀਕਲ ਸਾਇੰਸ ਦਾ ਮੈਂ ਵਿਦਿਆਰਥੀ ਹਾਂ,
ਇੱਕ ਗੱਲ ਜਿਹੜੀ ਇਹਦੇ ਵਿੱਚ ਸਮਝਣ ਵਾਲੀ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਬਿਨਾਂ ਅੰਦੋਲਨਾਂ ਤੋਂ ਬਣਦੀ ਨਹੀਂ ਹੈ। ਪਾਰਟੀਆਂ ਜਿਹੜੀਆਂ ਨੇ, ਚਾਹੇ ਉਹ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਜਿੰਨੀਆਂ ਵੀ ਹੁਣ ਤੱਕ ਪਾਰਟੀਆਂ ਬਣੀਆਂ ਨੇ, ਉਹ ਅੰਦੋਲਨਾਂ ਚੋਂ ਨਿਕਲਦੀਆਂ ਨੇ। ਉਹ ਇਹ ਨਹੀਂ ਕਿ ਨੀਤੀਆਂ ਚੋਂ ਨਿਕਲਦੀਆਂ ਨੇ, ਜਿਵੇਂ ਪ੍ਰਸ਼ਾਂਤ ਕਿਸ਼ੋਰ ਜੀ ਏਦਾਂ ਦੀਆਂ ਨੀਤੀਆਂ ਕੰਪਿਊਟਰਾਈਜ਼ ਜਿਹੜੀਆਂ ਹੋ ਸਕਦਾ ਅੰਦੋਲਨ ਦੇ ਕੁਝ ਲੋਕ ਵੀ ਇਸ ਪਾਰਟੀ ਦਾ ਜੇਕਰ ਹਿੱਸਾ ਬਣ ਸਕਦੇ ਹੋਣ, ਹੋ ਸਕਦਾ ਕੁਝ ਵੀ ਹੋ ਸਕਦਾ। ਅੰਦੋਲਨ ਦੇ ਮੰਨ ਲਓ ਹਿੱਸਾ ਮੰਨ ਲਓ ਬਣ ਜਾਣ, ਪਰ ਪਾਰਟੀ ਨਹੀਂ ਬਣੇਗੀ। ਬੰਦੇ ਹੋ ਸਕਦਾ ਕਿ ਚੰਗੇ ਰਲ ਜਾਣ ਇਹਨਾਂ ਦੇ ਨਾਲ, ਠੀਕ ਹੈ ਨਾ, ਚਿਹਰੇ ਚੰਗੇ ਹੋ ਸਕਦੇ ਨੇ, ਪਰ ਜੇ ਆਪਾਂ ਕਹੀਏ ਕਿ ਲੋਕ ਪਾਰਟੀ ਨੈਸ਼ਨਲ ਲੈਵਲ ਦੀ ਬਣ ਜਾਏਗੀ ਜਾਂ ਕੋਈ ਸਟੇਟ ਲੈਵਲ ਦੀ ਬਣ ਜਾਏਗੀ, ਜਾਂ ਉਹਨਾਂ ਦੀ ਆਪਣੀ ਸਟੇਟ ਜਿੱਥੇ ਉਹ ਦੇ ਬਸ਼ਿੰਦੇ ਨੇ ਉੱਥੋਂ ਦੀ ਪਾਰਟੀ ਬਣ ਜਾਏਗੀ, ਇਹ ਪਾਰਟੀ ਜਿਹੜੀ ਹੈਗੀ ਬਣਾਉਣਾ ਤਾਂ ਬਹੁਤ ਸੌਖਾ ਹੈ, ਪਰ ਪਾਰਟੀ ਨੂੰ ਖੜਾ ਕਰਨਾ ਔਰ ਪਾਰਟੀ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਔਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਇੱਕ ਵੱਖਰਾ ਜਿਹੜਾ ਹੈਗਾ ਆਪਣਾ ਏਜੰਡਾ ਰੱਖਣਾ, ਉਹ ਬਹੁਤ ਉਹਦੇ ਲਈ ਤਨਦੇਹੀ ਦੀ ਲੋੜ ਹੁੰਦੀ ਹੈ, ਸਟਰਗਲਸ ਦੀ ਲੋੜ ਹੁੰਦੀ ਹੈ, ਸੰਘਰਸ਼ਾਂ ਦੀ ਲੋੜ ਹੁੰਦੀ ਹੈ। ਸੋ ਜਿਹੜਾ ਕਿ ਮੈਨੂੰ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਕੋਲੇ ਹਜੇ ਸੰਭਾਵਨਾ ਨਹੀਂ ਹੈ, ਕਿਉਂਕਿ ਬਿਨਾਂ ਤੁਸੀਂ ਸੜਕਾਂ ਤੇ ਆਇਆ, ਬਿਨਾਂ ਤੁਸੀਂ ਪੁਲਿਸ ਦੇ ਡੰਡੇ ਖਾਧਿਆਂ, ਬਿਨਾਂ ਤੁਸੀਂ ਜਿਹੜਾ ਹੈਗਾ ਸੰਘਰਸ਼ ਕੀਤੇ ਆ, ਜੇ ਤੁਸੀਂ ਚਾਹੋਗੇ ਕਿ ਮੈਂ ਪਾਰਟੀ ਬਣਾ ਕੇ ਇਦਾਂ ਹੀ ਕੋਈ ਨਵੀਂ, ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਲੋਕਾਂ ਨੂੰ ਜਿਤਾ ਰਿਹਾ ਤਾਂ ਇਦਾਂ ਹੀ ਮੈਂ ਆਪ ਜਿੱਤ ਗਿਆ ਕਰਾਂਗਾ, ਇਹ ਸੰਭਵ ਨਹੀਂ ਹੈ। ਜਿੰਨੀਆਂ ਵੀ ਪਾਰਟੀਆਂ ਉਹਨਾਂ ਨੇ ਹੁਣ ਤੱਕ ਜਿਤਾਈਆਂ ਨੇ, ਚਾਹੇ ਤੁਸੀਂ ਕਾਂਗਰਸ ਦੇਖ ਲਓ, ਚਾਹੇ ਤੁਸੀਂ ਮਮਤਾ ਜੀ ਦੇਖ ਲਓ, ਚਾਹੇ ਤੁਸੀਂ ਬੰਗਾਲ ਦੇ ਵਿੱਚ ਨਿਤਿਸ਼ ਦੇਖ ਲਓ, ਇਹ ਸਾਰੇ ਲੋਕ ਕੀ ਨੇ, ਇਹ ਲੰਬੇ ਸੰਘਰਸ਼ਾਂ ਚੋਂ ਪਾਰਟੀਆਂ ਨਿਕਲੀਆਂ ਹੋਈਆਂ ਨੇ। ਚਾਹੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਅਕਾਲੀਆਂ ਦੀ ਗੱਲ ਕਰੀਏ, ਪੰਜਾਬ ਦੀ ਕਾਂਗਰਸ ਦੀ ਗੱਲ ਕਰੀਏ, ਇਹਨਾਂ ਦਾ ਇੱਕ ਵੱਖਰਾ ਇਤਿਹਾਸ ਹੈ, ਵੱਡਾ ਇਤਿਹਾਸ ਹੈ, ਔਰ ਉਸ ਇਤਿਹਾਸ ਦੇ ਖੱਟੀ ਖਾ ਰਹੀਆਂ ਨੇ ਇਹ। ਸੋ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਜੀ ਜੇ ਸੋਚ ਰਹੇ ਨੇ ਕਿ ਮੈਂ ਬਿਨਾਂ ਸਟਰਗਲ ਤੋਂ ਹੀ ਇੱਥੇ ਪਾਰਟੀ ਆਪਣੀ ਖੜੀ ਕਰਕੇ ਸੱਤਾ ਦੇ ਵਿੱਚ ਆ ਜਾਵਾਂਗਾ, ਇਹ ਇੱਕ ਮੁੰਗੇਰੀ ਲਾਲ ਦਾ ਸੁਪਨਾ ਤਾਂ ਹੋ ਸਕਦਾ ਹੈ, ਪਰ ਇਹ ਪ੍ਰੈਕਟੀਕਲ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਉਹ ਕਾਮਯਾਬ ਹੋਣਗੇ। ਸੋ ਇਸ ਕਰਕੇ ਉਹਨਾਂ ਨੂੰ ਕੋਈ ਹੋਰ ਨਵਾਂ ਰਸਤਾ ਜਿਹੜਾ ਹੈਗਾ ਲੱਭਣਾ ਪਏਗਾ ਪ੍ਰਸ਼ਾਂਤ ਕਿਸ਼ੋਰ ਜੀ ਨੂੰ। ਜੀ ਸੁਖਵਿੰਦਰ ਜੀ, ਬਿਲਕੁਲ। ਕੀ ਲੱਗਦਾ ਕਿ ਇਸ ਫੈਸਲੇ ਤੋਂ ਬਾਅਦ ਜੇਕਰ ਉਹ ਕੰਮ ਨਹੀਂ ਕਰਦੇ ਕੈਪਟਨ ਦੇ ਲਈ, ਤਾਂ ਹੋ ਸਕਦਾ ਕਿ ਕੈਪਟਨ ਅਤੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਇਹਨਾਂ ਦੇ ਆਪਸ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਵੀ ਖਟਾਸ ਆ ਸਕਦੀ ਹੈ? ਦੇਖੋ, ਜਿਹੜੀ ਏਦਾਂ ਦਾ ਰਿਸ਼ਤਾ ਹੁੰਦਾ ਹੈ ਉਹ ਪੈਸੇ ਤੇ ਟਿਕਿਆ ਹੁੰਦਾ ਹੈ ਸੁਖਵਿੰਦਰ ਜੀ। ਇਹ ਕੋਈ ਏਦਾਂ ਨਹੀਂ ਕਿ ਕੋਈ ਇਹਨਾਂ ਦੇ ਚਾਚੇ ਤਾਏ ਦੇ ਪੁੱਤ ਨੇ ਜਾਂ ਮਾਮੀਆਂ ਚਾਚੀਆਂ ਦੇ ਕੋਈ ਏਦਾਂ ਦਾ ਰਿਸ਼ਤੇਦਾਰੀ ਹੈਗੀ ਹੈ, ਪਰਿਵਾਰਕ ਰਿਸ਼ਤੇਦਾਰੀ ਹੈ। ਇਹ ਤਾਂ ਪੈਸੇ ਦਾ ਰਿਸ਼ਤਾ ਹੈ। ਪੈਸੇ ਦਿੰਦੇ ਨੇ। ਪਿਛਲੇ ਵਾਰੀ ਕਾਂਗਰਸ ਨੇ ਪੈਸਾ ਦਿੱਤਾ ਤੇ ਗੱਜ ਪੜਵਾਇਆ। ਸੋ ਇਸ ਕਰਕੇ ਹੁਣ ਵੀ ਉਹਨਾਂ ਨੂੰ ਲੱਗਦਾ ਸੀਗਾ ਕਿ ਹੁਣ ਕਾਂਗਰਸ ਦੀ ਬਜਾਏ ਉਹ ਕਹਿੰਦੀ ਸੀ ਸਰਕਾਰ ਪੈਸਾ ਦੇਗੀ। ਹੁਣ ਜਿਹੜਾ ਸਾਰਾ ਪੈਸਾ ਜਾ ਰਿਹਾ ਸੀਗਾ ਉਹ ਪੰਜਾਬ ਦੇ ਖਜ਼ਾਨੇ 'ਚ ਉਹਨਾਂ ਨੂੰ ਮਿਲ ਰਿਹਾ ਸੀਗਾ। ਸੋ ਬਜਾਏ ਕਾਂਗਰਸ ਵੱਲੋਂ ਦੇਣ ਦੇ, ਰਣਨੀਤੀ ਉਹ ਕਾਂਗਰਸ ਲਈ ਕਰ ਰਿਹਾ ਸੀਗਾ। ਪੈਸਾ ਉਹਨੂੰ ਸਰਕਾਰੀ ਖਜ਼ਾਨੇ 'ਚੋਂ ਲੋਕਾਂ ਦਾ ਪੈਸਾ, ਪੰਜਾਬੀਆਂ ਦਾ ਪੈਸਾ ਮਿਲ ਰਿਹਾ ਸੀਗਾ। ਸੋ ਇਸ ਕਰਕੇ ਤੁਸੀਂ ਕੈਪਟਨ ਸਾਹਿਬ ਨੇ ਇਹ ਵੀ ਬੜੀ ਚਲਾਕੀ ਕੀਤੀ ਕਿ ਉਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਰੱਖ ਲਿਆ, ਪਰ ਜਿਹੜਾ ਐਤਕੀ ਜਿਹੜਾ ਪੈਸਾ ਦੇਣਾ ਸੀਗਾ ਉਹਨੇ ਪੰਜਾਬ ਦੇ ਖਜ਼ਾਨੇ 'ਚੋਂ ਕਿਹਾ ਵੀ ਉਹਨੇ ਨੂੰ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾ ਦਿਓ। ਸੋ ਇੱਕ ਪਾਸੇ ਇਹ ਵੀ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇੱਕ ਪਾਸੇ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਸਾਡਾ ਦਿਵਾਲੀਆ ਨਿਕਲ ਚੁੱਕਿਆ, ਖਜ਼ਾਨਾ ਸਾਡਾ ਖਾਲੀ ਹੋ ਚੁੱਕਿਆ ਔਰ ਸਾਡੇ ਕੋਲੇ ਪੈਸੇ ਖਰਚਣ ਨੂੰ ਜਿਹੜੇ ਹੈਗੇ ਹੈ ਨਹੀਂ। ਸੋ ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਜੁਮਲੇਬਾਜ਼ੀ ਦੀ ਸਿਆਸਤ, ਰਣਨੀਤੀਆਂ ਬਣਾਉਂਦੇ ਨੇ, ਉੱਥੇ ਉਹਨਾਂ ਲਈ ਜਿਹੜਾ ਪੈਸਾ ਜਦੋਂ ਦਿੰਦੇ ਨੇ ਉਹ ਵੀ ਪੈਸਾ ਪੰਜਾਬ ਦੇ ਲੋਕਾਂ ਦਾ ਜਾ ਰਿਹਾ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਹੁਣ ਤੱਕ ਰਿਹਾ ਉਹ ਪੈਸੇ ਦਾ ਰਿਸ਼ਤਾ ਰਿਹਾ ਔਰ ਪੈਸਾ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਹੁਣ ਪੈਸਾ ਨਹੀਂ ਦੇਣਗੇ ਤਾਂ ਉਹ ਕਿਤੇ ਹੋਰ ਆਪਣੀ ਦੁਕਾਨਦਾਰੀ ਹੈਗੀ ਆ ਹੋਰ ਲੱਭਣ ਦੀ ਕੋਸ਼ਿਸ਼ ਕਰਨਗੇ, ਨਵੀਂ ਸਟੇਟ ਲੱਭਣਗੇ, ਨਵੀਂ ਕੋਈ ਪਾਰਟੀ ਦੇਖਣਗੇ ਜਿਹੜੀ ਉਹਨਾਂ ਨੂੰ ਪੈਸੇ ਦੇ ਸਕੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਵਪਾਰੀ ਲੋਕ ਹੁੰਦੇ ਨੇ, ਇਹਨਾਂ ਨੇ ਬਿਜ਼ਨਸ ਜਿਹੜਾ ਹੈਗਾ ਸਿਆਸਤ ਨੂੰ ਵੀ ਬਿਜ਼ਨਸ ਬਣਾ ਲਿਆ। ਸੋ ਇਸ ਕਰਕੇ ਅੱਜ ਦੀ ਜਿਹੜੀ ਸਿਆਸਤ ਹੈ, ਮੈਂ ਫੇਰ ਕਹਾਂਗਾ ਜਿਹੜੀ ਮੈਂ ਗੱਲ ਸ਼ੁਰੂ 'ਚ ਕਹੀ ਸੀ ਕਿ ਅੱਜ ਦੀ ਸਿਆਸਤ ਮੁੱਦਿਆਂ ਦੇ ਆਧਾਰਿਤ ਨਹੀਂ ਹੈ, ਉਹ ਇੱਕ ਬਿਜ਼ਨਸ ਬਣ ਚੁੱਕੀ ਹੈ, ਬਿਜ਼ਨਸ ਵਪਾਰ ਬਣ ਚੁੱਕੀ ਹੈ ਔਰ ਵਿਰਾਸਤ ਜਿਹੜੀ ਹੈਗੀ ਹੈ ਦੇ ਵਿੱਚ ਮਿਲ ਰਹੀ ਹੈ ਔਰ ਪੀੜ੍ਹੀ ਦਰ ਪੀੜ੍ਹੀ ਜਿਹੜੀ ਹੈਗੀ ਚੱਲੀ ਜਾ ਰਹੀ ਹੈ। ਆਮ ਲੋਕ ਜਿਹੜੇ ਨੇ ਇਸ ਜੋ ਪਰੇ ਹੋ ਰਹੇ ਨੇ, ਦੂਰ ਹੋ ਰਹੇ ਨੇ। ਸੋ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ, ਲੋਕਾਂ ਦੇ ਮੁੱਦਿਆਂ ਤੋਂ ਜਿਹੜੀਆਂ ਨੇ ਦੂਰ ਜਾਂਦੀਆਂ ਨਜ਼ਰ ਆ ਰਹੀਆਂ ਨੇ, ਪਰ ਲੋਕਾਂ ਦੇ ਮੁੱਦੇ ਜਿਹੜੇ ਨੇ ਉੱਥੇ ਦੇ ਉੱਥੇ ਨੇ। ਅੱਜ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਅਸੀਂ ਗਲੀਆਂ ਨਾਲੀਆਂ ਲਈ ਲੜ ਰਹੇ ਹਾਂ, ਅੱਜ ਅਸੀਂ ਰੋਜ਼ੀ ਰੋਟੀ ਲਈ ਲੜ ਰਹੇ ਹਾਂ, ਅੱਜ ਅਸੀਂ ਇੱਥੋਂ ਤੱਕ ਕਿ ਕਰੋਨਾ ਦੇ ਇਸ ਦੌਰ ਦੇ ਵਿੱਚ ਆਕਸੀਜਨ ਦੇ ਲਈ ਅੱਜ ਜਿਹੜੀ ਨੇ ਲੋਕ ਤਰਲੋ ਮੱਛੀ ਹੋ ਰਹੇ ਨੇ, ਲੋਕ ਆਕਸੀਜਨ ਕਰਕੇ ਮਰ ਰਹੇ ਨੇ।
ਸੋ ਇਹ ਸਾਰਾ ਆਲਮ ਅਸੀਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਇਹੀ ਸਮਝ ਆਉਂਦਾ ਹੈ ਕਿ ਅਸੀਂ ਇਦਾਂ ਦੇ ਜਿਹੜੇ ਰਣਨੀਤੀ ਘਾੜਿਆਂ ਦੇ ਕਰਕੇ ਅਸੀਂ ਇਹਨਾਂ ਨੂੰ ਆਪਣਾ ਵੋਟਾਂ ਪਾਉਂਦੇ ਰਹੇ ਔਰ ਜਿਤਾਉਂਦੇ ਰਹੇ, ਔਰ ਉਹਦੇ ਵਿੱਚੋਂ ਰਿਜ਼ਲਟ ਜਿਹੜਾ ਸੀਗਾ ਕੁਝ ਵੀ ਨਹੀਂ ਨਿਕਲਿਆ। ਜੋ ਪਹਿਲਾਂ ਇੱਕ ਸਰਕਾਰ ਆਉਂਦੀ ਹੈ, ਫਿਰ ਦੂਜੀ ਆ ਜਾਂਦੀ ਹੈ, ਫਿਰ ਅਸੀਂ ਦੂਜੀ ਨੂੰ ਬਦਲ ਦਿੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਵਾਰੀ ਜਿਹੜਾ ਹੈਗਾ ਲੁੱਟ ਦਾ ਜਿਹੜਾ ਦੌਰ ਹੈ ਉਹ ਚੱਲੀ ਜਾ ਰਿਹਾ। ਸੋ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕਾਂ ਦੇ ਜਿਹੜੇ ਨੇ ਵਾਰੇ ਨਿਆਰੇ ਨੇ, ਉਹ ਅਰਬਾਂ ਖਰਬਾਂ ਪੈਸਾ ਇਸੇ ਨੀਤੀਆਂ ਦਾ, ਇਸੇ ਲੋਕਾਂ ਦੀ ਇਸੇ ਚੀਜ਼ ਦਾ ਫਾਇਦਾ ਉਠਾ ਕੇ, ਉਹਨਾਂ ਦੇ ਭੋਲੇਪਨ ਦਾ ਫਾਇਦਾ ਉਠਾ ਕੇ, ਉਹਨਾਂ ਨੂੰ ਸੁਪਨੇ ਵੇਚਣ ਦਾ ਜਿਹੜਾ ਹੈਗਾ ਉਹ ਮੁੱਲ ਵੱਟ ਕੇ ਜਿਹੜੇ ਨੇ ਇਹ ਲੋਕ ਅਰਬਾਂ ਖਰਬਾਂ ਪੈਸੇ ਕਮਾ ਰਹੇ ਨੇ। ਸੋ ਇਹੀ ਮੈਨੂੰ ਲੱਗਦਾ ਹੈ ਕਿ ਪੰਜਾਬ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਇਦਾਂ ਦੇ ਲੋਕਾਂ ਬਾਰੇ ਜ਼ਰੂਰ ਸੋਚਣ ਦੀ ਲੋੜ ਹੈ ਕਿ ਜੇ ਉਹ ਕਿੱਦਾਂ ਦੀ ਪੋਲਿਟਿਕਸ ਚਾਹੁੰਦੇ ਨੇ, ਇਦਾਂ ਦੇ ਜੁਮਲੇਬਾਜ਼ੀ ਵਾਲੀ ਪੋਲਿਟਿਕਸ ਜਾਂ ਸੱਚੀ ਮੁੱਚੀ ਮੁੱਦਿਆਂ ਦੇ ਉੱਤੇ ਔਰ ਲੋਕਾਂ ਦੇ ਲਈ ਕੰਮ ਕਰਨ ਵਾਲੀ ਜਿਹੜੀ ਸਰਕਾਰ ਹੈ ਉਹ ਚੁਣਨੀ ਚਾਹੀਦੀ ਹੈ, ਜਾਂ ਜਿਹੜੀ ਹੈਗੀ ਹੈ ਜੁਮਲੇਬਾਜ਼ੀ ਵਾਲੀ ਸਿਆਸਤ ਉਹਨਾਂ ਨੂੰ ਚੁਣਨੀ ਚਾਹੀਦੀ ਹੈ। ਸੋ ਇਹ ਅੱਜ ਲੋਕਾਂ ਦੇ ਉੱਤੇ ਬਹੁਤ ਵੱਡਾ ਸਵਾਲ ਜਿਹੜਾ ਹੈਗਾ, ਮੈਨੂੰ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨਾਲੋਂ ਸਾਡੇ ਸਾਰਿਆਂ ਦੇ ਉੱਤੇ ਵੱਡਾ ਸਵਾਲ ਇਹ ਹੈ, ਪ੍ਰਸ਼ਾਂਤ ਕਿਸ਼ੋਰ ਜੇ ਦੂਜੀ ਵਾਰੀ ਪੰਜਾਬ ਦੇ ਵਿੱਚ ਆ ਰਿਹਾ ਹੈ ਤਾਂ ਲਾਜ਼ਮੀ ਤੌਰ ਤੇ ਅੱਜ ਸੋਚਣ ਦੀ ਘੜੀ ਹੈ ਕਿ ਅਸੀਂ ਕਿੱਦਾਂ ਦੀ ਪੋਲਿਟਿਕਸ ਚਾਹੁੰਦੇ ਹਾਂ, ਕਿੱਦਾਂ ਦੇ ਪੋਲੀਟੀਸ਼ੀਅਨ ਚਾਹੁੰਦੇ ਹਾਂ। ਅਸੀਂ ਕਿਤੇ ਨਾ ਕਿਤੇ ਸਵਾਲ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਵੀ ਹੈ, ਜਿਵੇਂ ਉਹਨਾਂ ਨੇ ਇਹ ਗੱਲ ਕਹਿਤੀ ਕਿ ਭਾਈ ਮੈਂ ਤੁਹਾਨੂੰ ਕਹਿਤਾ ਕਿ ਤੁਸੀਂ ਆਹ ਵਾਅਦੇ ਕਰ ਲਓ, ਤੁਸੀਂ ਸੱਤਾ ਦੇ ਵਿੱਚ ਆ ਜਾਓਗੇ, ਤਾਂ ਫਿਰ ਵਾਅਦੇ ਪੂਰੇ ਕਰਨਾ ਤਾਂ ਪ੍ਰਸ਼ਾਂਤ ਕਿਸ਼ੋਰ ਇਹ ਤਾਂ ਨਹੀਂ ਨਾ ਕਹਿੰਦਾ ਕਿ ਤੁਸੀਂ ਵਾਅਦੇ ਪੂਰੇ ਨਾ ਕਰੋ। ਪ੍ਰਸ਼ਾਂਤ ਕਿਸ਼ੋਰ ਨੇ ਤਾਂ ਵਾਅਦੇ ਕਰਵਾ ਕੇ ਤੁਹਾਨੂੰ ਲੈ ਆਂਦਾ, ਤਾਂ ਉਹ ਫਰਜ਼ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਬਣਦਾ ਸੀ, ਕਿਉਂਕਿ ਐਸਾ ਵਾਅਦਾ ਤਾਂ ਕੋਈ ਨਹੀਂ ਕੀਤਾ ਜਿਹੜਾ ਪੂਰਾ ਨਾ ਹੋ ਸਕੇ। ਕਿ ਜੇ ਮੋਬਾਈਲ ਦੇ ਵਾਅਦੇ ਕੀਤੇ ਮੋਬਾਈਲ ਨਹੀਂ ਦਿੱਤੀ ਜਾ ਸਕਦੀ, ਨੌਕਰੀ ਦੇ ਵਾਅਦੇ ਕੀਤੇ ਤੇ ਨੌਕਰੀ ਨਹੀਂ ਦਿੱਤੀ। ਸਰਕਾਰ ਦੀ ਨੀਅਤ ਹੋਣੀ ਚਾਹੀਦੀ ਹੈ ਸਰ, ਤੁਹਾਨੂੰ ਨਹੀਂ ਲੱਗਦਾ ਇਸ ਮਾਮਲੇ 'ਚ? ਜੀ ਬਿਲਕੁਲ, ਬਹੁਤ ਅੱਛਾ ਸਵਾਲ ਹੈ ਸੁਖਵਿੰਦਰ ਜੀ। ਸਵਾਲ ਇਹ ਹੈ ਕਿ ਜਿੱਦਾਂ ਦੀ ਤੁਹਾਡੇ ਕੋਲ ਟੀਮ ਹੁੰਦੀ ਹੈ, ਦੇਖੋ ਤੁਸੀਂ ਇੱਕ ਟੀਮ ਤੋਂ, ਤੁਹਾਡੀ ਇੱਕ ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ, ਕੋਈ ਵੀ ਪਾਰਟੀ ਜਿਹੜੀ ਹੁੰਦੀ ਹੈ ਜਦੋਂ ਬਣਦੀ ਹੈ ਉਹ ਇੱਕ ਆਪਣੀ ਤਰ੍ਹਾਂ ਦੀ ਵਿਚਾਰਧਾਰਾ ਲੈ ਕੇ ਆਉਂਦੀ ਹੈ। ਹੁਣ ਜੇ ਆਪਾਂ ਅਕਾਲੀ ਦਲ ਜਾਂ ਕਾਂਗਰਸ ਦੀ ਵਿਚਾਰਧਾਰਾ ਦੇਖਦੇ ਹਾਂ, ਇਹ ਜਾਂ ਬੀਜੇਪੀ ਦੀ ਵਿਚਾਰਧਾਰਾ ਹੈ, ਇਹਨਾਂ ਦੇ ਜਿਹੜੇ ਲਿੰਕ ਨੇ ਜਾਂ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਰੀਆਂ ਕਿਹਨਾਂ ਦੇ ਅਧੀਨ ਨੇ? ਉਹ ਸਾਰੀਆਂ ਜਿਹੜੀਆਂ ਅਬਾਨੀ ਜਿਹੜੇ ਨੇ ਉਹ ਇਹਨਾਂ ਨੂੰ ਕੰਟਰੋਲ ਕਰਦੇ ਨੇ, ਕਿਉਂਕਿ ਉੱਥੋਂ ਪੈਸਾ ਆਉਂਦਾ ਹੈ। ਵੱਡੇ ਜਿਹੜੇ ਸਾਡੇ ਵੱਡੇ ਸਰਮਾਏਦਾਰ ਨੇ ਹਿੰਦੁਸਤਾਨ ਦੇ, ਉਹ ਇਹਨਾਂ ਪਾਰਟੀਆਂ ਨੂੰ ਫੰਡਿੰਗ ਕਰਦੇ ਆ, ਚਾਹੇ ਉਹ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ, ਜਾਂ ਜਿਹੜੇ ਉਹਨਾਂ ਦੇ ਜੂਨੀਅਰ ਪਾਰਟਨਰ ਨੇ ਉਹ ਅਕਾਲੀ ਦਲ ਜਿਹੜੇ ਸੀ। ਆਪਾਂ ਨੂੰ ਪਤਾ ਹੈ ਕਿ ਕਿਸੇ ਵੇਲੇ ਜਿਹੜੇ ਪੰਥ ਦੀ ਲੜਾਈ ਲੜਦਾ ਸੀਗਾ, ਅੱਜ ਉਹ ਸਾਰੇ ਦੇ ਸਾਰੇ ਵਪਾਰੀ ਨੇ ਵੱਡੇ। ਸੋ ਜਿੰਨੇ ਵੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਉਹ ਆਪਣੇ ਆਪ 'ਚ ਅਰਬਾਂ ਖਰਬਾਂ ਪਤੀ ਨੇ। ਸੋ ਜਦੋਂ ਤੁਸੀਂ ਇਹਨਾਂ ਦੀ ਪੋਲਿਟਿਕਸ ਦੇਖਦੇ ਹੋ ਤਾਂ ਇਹਨਾਂ ਦੀ ਪੋਲਿਟਿਕਸ ਮੁੱਦਿਆਂ ਦੇ ਆਧਾਰਿਤ ਨਹੀਂ ਹੈ, ਇਹਨਾਂ ਦੀ ਪੋਲਿਟਿਕਸ ਉਹੀ ਹੈ ਜਿਹੜੀ ਅਡਾਨੀ ਅਬਾਨੀ ਦੀ ਪੋਲਿਟਿਕਸ ਜਿਹੜੀ ਉਹ ਚਾਹੁੰਦੇ ਨੇ। ਸੋ ਇਸ ਕਰਕੇ ਜੇ ਦੇਖੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਘਰ ਨੌਕਰੀ ਦੇਵਾਂਗੇ, ਦੂਜੇ ਪਾਸੇ ਕਹਿੰਦੇ ਹੋ ਕਿ ਅਸੀਂ ਪ੍ਰਾਈਵੇਟਾਈਜੇਸ਼ਨ ਚਾਹੁੰਦੇ ਹਾਂ। ਜਦੋਂ ਤੁਸੀਂ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲਣਗੀਆਂ। ਮਹਾਰਾਜਾ ਸਾਹਿਬ ਇੱਕ ਪਾਸੇ ਇਹ ਗੱਲ ਕਰਨਾ ਕਿ ਅਸੀਂ ਘਰ ਨੌਕਰੀ ਦੇਵਾਂਗੇ, ਕਿਸਾਨੀ ਨੂੰ ਕਹਿੰਦੇ ਕਿ ਕਰਜ਼ਾ ਮਾਫ ਕਰਾਂਗੇ। ਮੰਨ ਲਓ ਅਸੀਂ ਕਿਸਾਨੀ ਦਾ ਕਰਜ਼ਾ ਹੈ, ਇੱਕ ਪਾਸੇ ਕਹਿੰਦੇ ਨੇ ਕਿਸਾਨੀ ਦਾ ਕਰਜ਼ਾ ਮਾਫ ਕਰ ਦਾਂਗੇ, ਦੂਜੇ ਪਾਸੇ ਕਹਿੰਦੇ ਨੇ ਕਿ APMC ਐਕਟ ਅਸੀਂ ਖਤਮ ਕਰਨਾ ਚਾਹੁੰਦੇ ਹਾਂ। ਤੁਸੀਂ ਦੇਖੋਗੇ ਆਪਣੀ ਉਸੇ ਮੈਨੀਫੈਸਟੋ ਦੇ ਵਿੱਚ ਉਹ ਕਹਿੰਦੇ ਨੇ ਕਿ APMC ਜਿਹੜੇ ਐਕਟ ਹੈ, ਸਰਕਾਰੀ ਮੰਡੀਆਂ ਦਾ ਐਕਟ ਹੈ, ਉਹਨੂੰ ਅਸੀਂ ਪ੍ਰਾਈਵੇਟ ਮੰਡੀਆਂ ਕਰਨਾ ਚਾਹੁੰਦੇ ਹਾਂ। ਸੋ ਇਹ ਦੋਨੋਂ ਚੀਜ਼ਾਂ ਕੰਟਰਾਡਿਕਟਰੀ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਜੁਮਲੇਬਾਜ਼ੀ ਰਾਹੀਂ ਤਾਂ ਇਹ ਕਰਾ ਸਕਦੇ ਆ, ਪਰ ਜਿਹੜੀਆਂ ਉਹਨਾਂ ਦੀ ਨੀਤੀਆਂ ਨੇ ਇਹਨਾਂ ਸਰਕਾਰਾਂ ਦੀਆਂ, ਉਹਨਾਂ ਨੀਤੀਆਂ ਦੇ ਵਿੱਚ ਇਹ ਚੀਜ਼ਾਂ ਸੰਭਵ ਹੋ ਨਹੀਂ ਸਕਦੀਆਂ। ਇਹ ਘਰ ਨੌਕਰੀ, ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਪ੍ਰਾਈਵੇਟ ਕਰ ਦਈਏ ਕਿ ਘਰ ਨੌਕਰੀ ਦੇਵਾਂਗੇ, ਕਿਵੇਂ ਹੋ ਜਾਏਗਾ? ਇੱਕ ਪਾਸੇ ਤੁਸੀਂ ਸਰਕਾਰੀ ਤੰਤਰ ਨੂੰ ਵੇਚਣਾ ਚਾਹੁੰਦੇ ਹੋ, ਇੱਕ ਪਾਸੇ ਤੁਸੀਂ ਸਰਕਾਰੀ ਤੰਤਰ ਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੇ, ਤੁਸੀਂ ਸਕੂਲਾਂ ਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੇ, ਹਸਪਤਾਲਾਂ ਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੇ, ਯੂਨੀਵਰਸਿਟੀਆਂ ਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੇ, ਕਾਲਜਾਂ ਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੇ ਹੋ। ਦੂਜੇ ਪਾਸੇ ਕਹਿੰਦੇ ਹੋ ਕਿ ਅਸੀਂ ਨੌਜਵਾਨਾਂ ਨੂੰ ਘਰ ਨੌਕਰੀ ਦੇਵਾਂਗੇ। ਸੋ ਦੋਨੋਂ ਚੀਜ਼ਾਂ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਤੇ ਪੰਜਾਬ ਨੀਤੀਆਂ ਦੀ ਸਮੱਸਿਆ, ਨੀਤੀਆਂ ਬਿਲਕੁਲ ਖੜਾ ਹੁੰਦਾ ਹੀ। ਤਾਂ ਪ੍ਰੋਫੈਸਰ ਸਾਹਿਬ ਜੁੜੇ ਇਸ ਅਹਿਮ ਮੁੱਦੇ ਦੇ ਉੱਪਰ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਤੇ ਅਹਿਮ ਮੁੱਦੇ ਦੇ ਨਾਲ। ਤਦ ਤੱਕ ਦੀ ਇਜਾਜ਼ਤ, ਧੰਨਵਾਦ।